ਅੱਜ ਗੱਲ ਕਰਾਂਗੇ ਨਗਰ ਨਿਗਮ ਪਟਿਆਲਾ ਦੀ। ਨਗਰ ਨਿਗਮ ਪਟਿਆਲਾ ਹਮੇਸ਼ਾ ਇਸ ਕਰਕੇ ਵਿਵਾਦਾਂ ਦੇ ਵਿੱਚ ਰਹਿੰਦਾ ਹੈ ਕਿ ਉੱਥੇ ਦੇ ਅਧਿਕਾਰੀ ਭ੍ਰਿਸ਼ਟ ਨੇ ਤੇ ਪੈਸੇ ਦੇ ਲੈਣ ਦੇਣ ਤੋਂ ਬਿਨਾਂ ਕੋਈ ਕੰਮ ਨਗਰ ਨਿਗਮ ਪਟਿਆਲਾ ਦੇ ਵਿੱਚ ਨਹੀਂ ਹੁੰਦਾ। ਅਜਿਹੇ ਵਿਵਾਦ ਸਮੇਂ-ਸਮੇਂ ਤੇ ਉੱਠਦੇ ਰਹਿੰਦੇ ਆ। ਨਗਰ ਨਿਗਮ ਸ਼ਹਿਰ ਦੇ ਵਿੱਚ ਵੱਡੀਆਂ ਕਾਰਵਾਈਆਂ ਕਰਦਾ ਹੈ, ਬਹੁਤ ਸਾਰੀਆਂ ਨਜਾਇਜ਼ ਬਿਲਡਿੰਗਾਂ ਨੂੰ ਸੀਲ ਕਰਦਾ ਹੈ, ਜਾਂ ਕਹਿ ਸਕਦੇ ਹਾਂ ਕਿ ਆਪਣਾ ਪੀਲਾ ਪੰਜਾ ਵੀ ਉਹਨਾਂ ਬਿਲਡਿੰਗਾਂ ਦੇ ਉੱਤੇ ਚਲਾ ਦਿੰਦਾ, ਜਿਸ ਨੂੰ ਗੈਰ ਕਾਨੂੰਨੀ ਦੱਸ ਦਿੱਤਾ ਜਾਂਦਾ ਹੈ। ਆਖਰ ਜਦੋਂ ਇਹ ਪੀਲਾ ਪੰਜਾ ਚਲਾਇਆ ਜਾਂਦਾ ਹੈ ਜਾਂ ਬਿਲਡਿੰਗਾਂ ਨੂੰ ਸੀਲ ਕੀਤਾ ਜਾਂਦਾ ਹੈ ਤਾਂ ਉਸ ਤੋਂ ਪਹਿਲਾਂ ਨਗਰ ਨਿਗਮ ਦੇ ਅਧਿਕਾਰੀ ਮੁਸਤੈਦ ਕਿਉਂ ਨਹੀਂ ਹੁੰਦੇ? ਵੱਡੇ ਸਵਾਲ ਖੜੇ ਹੁੰਦੇ ਆ। ਕੱਲ੍ਹ ਦੀ ਘਟਨਾ ਦਾ ਜ਼ਿਕਰ ਕਰਾਂਗੇ ਕਿ ਨਗਰ ਨਿਗਮ ਪਟਿਆਲਾ ਦੇ ਵਿੱਚ ਸ਼ਹਿਰ ਦਾ ਇੱਕ ਨਾਗਰਿਕ ਸੂਰਜ ਭਾਟੀਆ ਨਾਂ ਦਾ ਵਿਅਕਤੀ ਜਿਹੜਾ ਹੈ ਉਹ ਨਗਰ ਨਿਗਮ ਪਟਿਆਲਾ ਦੇ ਵਿੱਚ ਪਹੁੰਚਦਾ ਹੈ। ਉਸ ਦੇ ਹੱਥਾਂ ਦੇ ਵਿੱਚ ਇੱਕ ਦਵਾਈ ਫੜੀ ਹੁੰਦੀ ਹੈ, ਉਹ ਲਾਈਵ ਹੁੰਦਾ ਹੈ ਤੇ ਲਾਈਵ ਹੋ ਕੇ ਆਖਦਾ ਹੈ, ਨਗਰ ਨਿਗਮ ਦੇ ਵਿੱਚ ਮੈਂ ਦਵਾਈ ਪੀ ਕੇ ਦਾਖਲ ਹੋ ਰਿਹਾ, ਮੇਰੀ ਦੁਕਾਨ ਨੂੰ ਸੀਲ ਕੀਤਾ ਗਿਆ, ਮੇਰੇ ਤੋਂ ਲੱਖਾਂ ਰੁਪਏ ਦੀ ਰਿਸ਼ਵਤ ਮੰਗੀ ਗਈ। ਕੁਝ ਅਧਿਕਾਰੀਆਂ ਦੇ ਨਾਮ ਲੈਂਦਾ ਵੀ ਨਜ਼ਰ ਆਉਂਦਾ ਹੈ ਸੂਰਜ ਭਾਟੀਆ। ਤਾਂ ਵੱਡੇ ਸਵਾਲ ਫਿਰ ਇੱਕ ਵਾਰ ਨਗਰ ਨਿਗਮ ਪਟਿਆਲਾ ਦੇ ਉੱਤੇ ਖੜੇ ਹੋਏ ਨੇ ਕਿ ਆਖਰ ਅਧਿਕਾਰੀ ਕਿੰਨੇ ਕੁ ਭ੍ਰਿਸ਼ਟ ਨੇ, ਆਖਰ ਨਗਰ ਨਿਗਮ ਪਟਿਆਲਾ ਦੇ ਵਿੱਚ ਹੀ ਭ੍ਰਿਸ਼ਟਾਚਾਰ ਕਿਉਂ ਹੁੰਦਾ ਹੈ? ਨਗਰ ਨਿਗਮ ਅਧਿਕਾਰੀ ਜਿਹੜੇ ਭ੍ਰਿਸ਼ਟ ਨੇ ਤਾਂ ਕੀ ਉਹ ਆਪਣੀਆਂ ਹੀ ਜੇਬਾਂ ਗਰਮ ਕਰ ਰਹੇ ਆ ਜਾਂ ਉਹਨਾਂ ਦੇ ਨਾਲ ਕੋਈ ਹੋਰ ਵੀ ਜੇਬ ਲੱਗੀ ਹੋਈ ਹੈ ਜੋ ਗਰਮ ਕਰਨ ਲਈ ਨਗਰ ਨਿਗਮ ਦੇ ਅਧਿਕਾਰੀ ਆਪਣੀ ਭੂਮਿਕਾ ਅਦਾ ਕਰਦੇ ਆ? ਸੂਰਜ ਭਾਟੀਆ ਵੱਲੋਂ ਜਿਨ੍ਹਾਂ ਅਧਿਕਾਰੀਆਂ ਦਾ ਨਾਂ ਲਿਆ ਗਿਆ ਹੈ, ਸੂਰਜ ਭਾਟੀਆ ਨੇ ਜਿੱਥੇ ਅਧਿਕਾਰੀਆਂ ਦੇ ਭ੍ਰਿਸ਼ਟ ਹੋਣ ਦੀ ਪੋਲ ਖੋਲ੍ਹੀ ਹੈ ਉੱਥੇ ਹੀ ਉਸਨੇ ਕੁਝ ਸਿਆਸਤਦਾਨਾਂ ਦਾ ਨਾਮ ਵੀ ਲੈਣਾ, ਜਾਂ ਕਹਿ ਸਕਦੇ ਹਾਂ ਕਿ ਉਸਨੇ ਇਸ਼ਾਰਾ ਕੀਤਾ ਕਿ ਕੁਝ ਸਿਆਸਤਦਾਨ ਵੀ ਰਲੇ ਹੋਏ ਆ ਜਿਹੜੇ ਅਧਿਕਾਰੀਆਂ ਨਾਲ ਮਿਲ ਕੇ ਨਗਰ ਨਿਗਮ ਦੇ ਵਿੱਚ ਭ੍ਰਿਸ਼ਟਾਚਾਰ ਨੂੰ ਉਤਸ਼ਾਹਿਤ ਕਰਦੇ ਆ। ਪੂਰੀ ਤਰ੍ਹਾਂ ਇਹ ਗੇਮ ਜਿਹੜੀ ਹੈ ਨਗਰ ਨਿਗਮ ਪਟਿਆਲਾ ਦੇ ਵਿੱਚ ਹੁਣ ਤੋਂ ਹੀ ਨਹੀਂ ਹੈ, ਇਹ ਲੰਮੇ ਸਮੇਂ ਤੋਂ ਖੇਡ ਜਿਹੜੀ ਹੈ ਇਹ ਖੇਡੀ ਜਾ ਰਹੀ ਹੈ। ਸਰਕਾਰ ਕਿਸੇ ਦੀ ਵੀ ਹੋਵੇ, ਗੱਲ ਤਾਂ ਭ੍ਰਿਸ਼ਟਾਚਾਰ ਦੀ ਹੈ ਕਿ ਆਖਰ ਨਗਰ ਨਿਗਮ ਪਟਿਆਲਾ ਦੇ ਵਿੱਚ ਕੋਈ ਕੰਮ ਵੀ ਜਿਹੜਾ ਉਹ ਪੈਸੇ ਦੇ ਲੈਣ ਦੇਣ ਤੋਂ ਬਿਨਾਂ ਹੁੰਦਾ ਨਜ਼ਰ ਨਹੀਂ ਆਉਂਦਾ। ਸਰਕਾਰ ਕਿਸੇ ਦੀ ਵੀ ਆਈ ਹੋਵੇ, ਹਰ ਵਿਅਕਤੀ ਜਿਹੜਾ ਹੈ ਉਹ ਆਪਣੀ ਗੇਮ ਘੁਮਾਉਣ ਲੱਗ ਜਾਂਦਾ ਹੈ। ਸਿਆਸੀ ਲੋਕ ਬਦਲਦੇ ਰਹਿੰਦੇ ਆ ਤਾਂ ਬਹੁਤ ਸਾਰੇ ਅਜਿਹੀਆਂ ਧਿਰਾਂ ਵੀ ਅੱਗੇ ਆ ਜਾਂਦੀਆਂ ਸਿਆਸਤ ਦੇ ਵਿੱਚ ਜਿਹੜੀਆਂ ਪੈਸੇ ਕਮਾਉਣਾ ਚਾਹੁੰਦੀਆਂ ਨੇ ਜਾਂ ਕਹਿ ਸਕਦੇ ਹਾਂ ਕਿ ਆਪਣੀ ਜੇਬ ਗਰਮ ਕਰਨਾ ਚਾਹੁੰਦੀਆਂ ਨੇ। ਨਗਰ ਨਿਗਮ ਪਟਿਆਲਾ ਦੇ ਵਿੱਚ ਵੱਡਾ ਹੰਗਾਮਾ ਜਿਹੜਾ ਸੀ ਉਹ ਸੂਰਜ ਭਾਟੀਆ ਨੂੰ ਲੈ ਕੇ ਹੋਇਆ। ਨਗਰ ਨਿਗਮ ਦੇ ਕਮਿਸ਼ਨਰ ਪਹੁੰਚਦੇ ਆ, ਭਰੋਸਾ ਦਿੰਦੇ ਆ ਕਿ ਇਸ ਮਾਮਲੇ ਦੀ ਜਾਂਚ ਹੋਏਗੀ, ਕਿਹੜੇ ਅਧਿਕਾਰੀ ਭ੍ਰਿਸ਼ਟ ਨੇ। ਪਰ ਸਵਾਲ ਇਹ ਵੀ ਖੜਾ ਹੋ ਰਿਹਾ ਕਿ ਜੇ ਸੂਰਜ ਭਾਟੀਆ ਲਾਈਵ ਹੋ ਕੇ ਇਹ ਗੱਲ ਆਖਦਾ ਕਿ ਲੋਕਾਂ ਦੇ ਵੱਡੇ ਵੱਡੇ ਸ਼ੋਅਰੂਮ ਬਣੇ ਹੋਏ ਨੇ ਤਾਂ ਆਖਰ ਜੇ ਉਸਨੇ ਕੋਈ ਦੁਕਾਨ ਬਣਾਈ ਹੈ ਤਾਂ ਉਸਦੀ ਦੁਕਾਨ ਨੂੰ ਸੀਲ ਕਿਉਂ ਕੀਤਾ ਜਾ ਰਿਹਾ? ਉਸਨੇ ਇੱਥੇ ਤੱਕ ਇਹ ਕਿਹਾ ਕਿ ਉਸਦੀ ਦੁਕਾਨ ਦੇ ਸਾਰੇ ਕਾਗਜ਼ ਠੀਕ ਨੇ, ਪਰੰਤੂ ਕਿਤੇ ਨਾ ਕਿਤੇ ਉਸ ਨੂੰ ਜਾਣ-ਬੁੱਝ ਕੇ ਨਿਸ਼ਾਨੇ 'ਤੇ ਲਿਆ ਗਿਆ। ਤਾਂ ਜਿਹੜਾ ਕੰਮ ਸੂਰਜ ਭਾਟੀਏ ਨੇ ਨਗਰ ਨਿਗਮ ਦੇ ਅੰਦਰ ਜਾ ਕੇ ਕੀਤਾ ਹੈ ਉਸ ਦੇ ਉੱਤੇ ਵੀ ਇਸ ਗੱਲ ਦੇ ਸਵਾਲ ਖੜੇ ਹੋ ਰਹੇ ਨੇ ਕਿ ਜੇ ਸੂਰਜ ਭਾਟੀਏ ਦੀ ਦੁਕਾਨ ਦੇ ਕਾਗਜ਼ ਸਾਰੇ ਠੀਕ ਨੇ, ਕੁਝ ਵੀ ਗੈਰ ਕਾਨੂੰਨੀ ਨਹੀਂ ਹੈ, ਤਾਂ ਫਿਰ ਆਖਰ ਸੂਰਜ ਭਾਟੀਏ ਦੀ ਦੁਕਾਨ ਹੀ ਨਿਸ਼ਾਨਾ ਕਿਉਂ ਬਣੀ? ਸੂਰਜ ਭਾਟੀਏ ਦੀ ਦੁਕਾਨ ਨੂੰ ਹੀ ਸੀਲ ਕਿਉਂ ਕੀਤਾ ਗਿਆ? ਆਖਰ ਕਿਹੜੀਆਂ ਧਿਰਾਂ ਨੇ ਉਸ ਦੇ ਪਿੱਛੇ ਜਿਹੜੀਆਂ ਸੂਰਜ ਭਾਟੀਏ ਦੇ ਪਿੱਛੇ ਹੱਥ ਧੋ ਕੇ ਪੈ ਚੁੱਕੀਆਂ ਸੀ, ਜਾਂ ਕਿਹੜੇ ਅਧਿਕਾਰੀ ਨੇ ਜਿਹੜੇ ਸੂਰਜ ਭਾਟੀਏ ਤੋਂ ਲੱਖਾਂ ਰੁਪਏ ਦੀ ਡਿਮਾਂਡ ਕਰ ਰਹੇ ਸੀ? ਕਿਉਂਕਿ ਇਸ ਦਾ ਖੁਲਾਸਾ ਸੂਰਜ ਭਾਟੀਏ ਨੇ ਆਪਣੀ ਵੀਡੀਓ ਦੇ ਵਿੱਚ ਕੀਤਾ। ਹਸਪਤਾਲ ਦੇ ਵਿੱਚ ਦਾਖਲ ਸੂਰਜ ਭਾਟੀਆ ਹੁਣ ਮੌਤ ਨਾਲ ਜੂਝਦਾ ਦਿਖਾਈ ਦਿੰਦਾ, ਉਸ ਦਾ ਇਲਾਜ ਚੱਲ ਰਿਹਾ। ਜੇ ਉਸ ਦਾ ਕੁਝ ਨੁਕਸਾਨ ਹੋ ਜਾਂਦਾ ਹੈ ਤਾਂ ਕਿਤੇ ਨਾ ਕਿਤੇ ਸਰਕਾਰ ਦੇ ਬਹੁਤ ਸਾਰੇ ਵੱਡੇ ਅਧਿਕਾਰੀ ਇਸ ਮਾਮਲੇ ਦੇ ਵਿੱਚ ਫਸ ਸਕਦੇ ਆ। ਬਹੁਤ ਸਾਰੇ ਸਿਆਸੀ ਲੀਡਰਾਂ ਦਾ ਚਿਹਰਾ ਬੇਨਕਾਬ ਹੋ ਸਕਦਾ। ਪਰ ਵੱਡੇ ਸਵਾਲ ਇਸ ਕਰਕੇ ਖੜੇ ਹੁੰਦੇ ਨੇ ਕਿ ਆਖਰ ਜਿਹੜਾ ਸਟੈਪ ਸੂਰਜ ਭਾਟੀਏ ਨੇ ਚੁੱਕਿਆ ਉਸ ਦੇ ਪਿੱਛੇ ਕੌਣ ਹੋ ਸਕਦਾ? ਇਹ ਵੀ ਚਰਚਾ ਬਣੀ ਹੋਈ ਹੈ ਕਿ ਸੂਰਜ ਭਾਟੀਏ ਨੂੰ ਜੇ ਦਵਾਈ ਪੀਣੀ ਪੈ ਗਈ ਤਾਂ ਆਖਰ ਉਸ ਦੇ ਪਿੱਛੇ ਕਿਹੜੀ ਸਿਆਸੀ ਧਿਰ ਉਸ ਨੂੰ ਇਸ ਗੱਲ ਲਈ ਉਕਸਾ ਰਹੀ ਸੀ ਕਿ ਇਸ ਮਾਮਲੇ ਨੂੰ ਬਵਾਲ ਬਣਾਇਆ ਜਾਵੇ, ਇਸ ਮਾਮਲੇ ਦੇ ਉੱਤੇ ਹੰਗਾਮਾ ਕੀਤਾ ਜਾਵੇ। ਤਾਂ ਸੂਰਜ ਭਾਟੀਏ ਨੂੰ ਕਿਤੇ ਨਾ ਕਿਤੇ ਪੂਰੀ ਤਰ੍ਹਾਂ ਸਿਆਸੀ ਲੋਕਾਂ ਵੱਲੋਂ ਹਿਪਨੋਟਾਈਜ਼ ਕੀਤਾ ਜਾਂਦਾ ਹੈ। ਤਾਂ ਫਿਰ ਸੂਰਜ ਭਾਟੀਆ ਦਵਾਈ ਪੀ ਲੈਂਦਾ ਹੈ,
ਨਗਰ ਨਿਗਮ ਦੇ ਵਿੱਚ ਹੰਗਾਮਾ ਹੁੰਦਾ ਹੈ, ਅਧਿਕਾਰੀਆਂ ਦੇ ਨਾਮ ਲੈਂਦਾ ਹੈ। ਸੂਰਜ ਭਾਟੀਏ ਦੇ ਇਸ ਕਦਮ ਤੋਂ ਬਾਅਦ ਹੁਣ ਚਰਚਾ ਇਹ ਬਣੀ ਹੈ ਕਿ ਸੂਰਜ ਭਾਟੀਏ ਦੇ ਪਿੱਛੇ ਕਿਹੜੀ ਸਿਆਸੀ ਧਿਰ ਹੈ। ਪਰੰਤੂ ਜਿਸ ਤਰ੍ਹਾਂ ਕੱਲ ਦੇ ਸੀਨ ਤੋਂ ਬਾਅਦ ਇੱਕ ਸਿਆਸੀ ਧਿਰ ਜਿਹੜੀ ਸੂਰਜ ਭਾਟੀਏ ਦੇ ਨਾਲ ਖੜੀ ਨਜ਼ਰ ਆਉਂਦੀ ਹੈ, ਤਾਂ ਕਹਿ ਸਕਦੇ ਹਾਂ ਕਿ ਸੂਰਜ ਭਾਟੀਏ ਦੇ ਮੁੱਦੇ ਦੇ ਉੱਤੇ ਸਿਆਸੀ ਧਿਰ ਨੂੰ ਬਾਹਰ ਨਿਕਲਣਾ ਪਿਆ ਤੇ ਵੱਡਾ ਕਦਮ ਚੁੱਕਣਾ ਪਿਆ। ਤੇ ਇਹ ਗੱਲ ਕਹਿਣੀ ਪਈ ਹੈ ਕਿ ਪ੍ਰਸ਼ਾਸਨ ਨੂੰ ਜਾਂਚ ਕਰਾਉਣੀ ਚਾਹੀਦੀ ਆ ਕਿ ਆਖਰ ਕਿਹੜੇ ਅਧਿਕਾਰੀ ਭ੍ਰਿਸ਼ਟ ਨੇ। ਸੂਰਜ ਭਾਟੀਏ ਦੇ ਜੇ ਪਿਛੋਕੜ ਤੇ ਜਾਈਏ ਤਾਂ ਕਿਤੇ ਨਾ ਕਿਤੇ ਉਸ ਦਾ ਪਿਛੋਕੜ ਵੀ ਸਿਆਸੀ ਧਿਰਾਂ ਨਾਲ ਜੁੜਿਆ ਰਿਹਾ ਹੈ। ਕਿਸੇ ਸਮੇਂ ਸੂਰਜ ਭਾਟੀਆ ਕਾਂਗਰਸ ਦੇ ਨਾਲ ਹੁੰਦਾ ਸੀ, ਕਿਸੇ ਸਮੇਂ ਸੂਰਜ ਭਾਟੀਆ ਅਕਾਲੀ ਦਲ ਦੇ ਵਿੱਚ ਰਿਹਾ, ਫਿਰ ਉਸਨੇ ਬੈਕਫੁੱਟ ਤੇ ਜਾ ਕੇ ਕਾਂਗਰਸ ਦੇ ਵਿੱਚ ਜਾਣਾ ਹੀ ਠੀਕ ਸਮਝਿਆ। ਕਾਫੀ ਸਮੇਂ ਤੋਂ ਸੂਰਜ ਭਾਟੀਆ ਐਕਟਿਵ ਪੋਲਿਟਿਕਸ ਦੇ ਵਿੱਚ ਸ਼ਾਮਲ ਨਹੀਂ ਸੀ, ਪਰੰਤੂ ਜਿਸ ਤਰ੍ਹਾਂ ਸੂਰਜ ਭਾਟੀਏ ਨੇ ਕੱਲ ਦਵਾਈ ਪੀਤੀ ਹੈ ਜਾਂ ਵੱਡਾ ਹੰਗਾਮਾ ਕੀਤਾ ਹੈ, ਵੱਡੇ ਸਵਾਲ ਭ੍ਰਿਸ਼ਟ ਉਹਨਾਂ ਅਧਿਕਾਰੀਆਂ ਤੇ ਖੜੇ ਕੀਤੇ ਹੈ ਜਿਹੜੇ ਲੱਖਾਂ ਰੁਪਏ ਮੰਗਦੇ ਆ। ਕੁਝ ਸਿਆਸਤਦਾਨਾਂ ਦਾ ਨਾਮ ਵੀ ਲਿਆ, ਪਰੰਤੂ ਜਿਹੜੇ ਨਾ ਅਜੇ ਜਨਤਕ ਹੋਣੇ ਬਾਕੀ ਹੈ। ਪਰੰਤੂ ਜਿਸ ਤਰ੍ਹਾਂ ਹੁਣ ਸੂਰਜ ਭਾਟੀਏ ਦੇ ਪਿੱਛੇ ਇੱਕ ਸਿਆਸੀ ਧਿਰ ਖੜੀ ਨਜ਼ਰ ਆਉਂਦੀ ਹੈ, ਜਿਸ ਤੋਂ ਸਪਸ਼ਟ ਹੁੰਦਾ ਕਿ ਇੱਕ ਧਿਰ ਹੁਣ ਸੂਰਜ ਭਾਟੀਏ ਨੂੰ ਇਸ ਗੱਲ ਲਈ ਉਕਸਾ ਰਹੀ ਹੈ ਜਾਂ ਪੂਰੇ ਤਰ੍ਹਾਂ ਕਹਿ ਸਕਦੀ ਹੈ ਕਿ ਜਿਸ ਤਰ੍ਹਾਂ ਸ਼ਹਿਰ ਦੇ ਵਿੱਚ ਦੋ ਸਿਆਸੀ ਧਿਰਾਂ ਹੁਣ ਨਜ਼ਰ ਆ ਰਹੀਆਂ, ਤਾਂ ਉਹਨਾਂ ਸਿਆਸੀ ਧਿਰਾਂ ਦੇ ਵਿਚਾਲੇ ਆਪਸੀ ਝਗੜੇ ਦੇ ਵਿੱਚ ਸੂਰਜ ਭਾਟੀਆ ਸ਼ਿਕਾਰ ਹੁੰਦਾ ਨਜ਼ਰ ਆ ਰਿਹਾ, ਜਾਂ ਕਹਿ ਸਕਦੇ ਹਾਂ ਕਿ ਇੱਕ ਸਿਆਸੀ ਧਿਰ ਨੇ ਸੂਰਜ ਭਾਟੀਏ ਨੂੰ ਮੋਹਰਾ ਬਣਾ ਲਿਆ। ਤਾਂ ਸੂਰਜ ਭਾਟੀਏ ਨੇ ਇਸ ਕਰਕੇ ਇਹ ਵੱਡਾ ਕਦਮ ਚੁੱਕਿਆ ਹੋ ਸਕਦਾ ਹੈ। ਸੂਰਜ ਭਾਟੀਏ ਦੇ ਪੂਰੇ ਮਸਲੇ ਦੇ ਵਿੱਚ ਹੁਣ ਜਿਸ ਤਰ੍ਹਾਂ ਸਿਆਸੀ ਧਿਰਾਂ ਨਜ਼ਰ ਆਉਣਗੀਆਂ, ਜਾਂ ਕਹਿ ਸਕਦੇ ਹਾਂ ਕਿ ਕੀ ਸੂਰਜ ਭਾਟੀਆ ਹੁਣ ਉਹਨਾਂ ਸਿਆਸੀ ਧਿਰਾਂ ਨਾਲ ਜੁੜ ਗਿਆ ਜਿਨ੍ਹਾਂ ਨੇ ਹੁਣ ਸੂਰਜ ਭਾਟੀਏ ਦੇ ਪਿੱਛੇ ਸਟੈਂਡ ਲਿਆ। ਤਾਂ ਗੱਲ ਤਾਂ ਉਸ ਪੈਸੇ ਦੀ ਹੈ ਜਿਹੜਾ ਨਗਰ ਨਿਗਮ ਦੇ ਵਿੱਚ ਸੱਜਿਓਂ ਖੱਬਿਓਂ ਸੱਜੇ ਹੁੰਦਾ, ਤੇ ਜਿਹੜੇ ਅਧਿਕਾਰੀ ਆਪਣੀਆਂ ਜੇਬਾਂ ਗਰਮ ਕਰਦੇ ਆ, ਆਪਣੀਆਂ ਜੇਬਾਂ ਗਰਮ ਕਰਨ ਦੇ ਨਾਲ ਨਾਲ ਉਹਨਾਂ ਜੇਬਾਂ ਨੂੰ ਵੀ ਗਰਮ ਕਰਦੇ ਆ ਜਿਨ੍ਹਾਂ ਦੇ ਇਸ਼ਾਰੇ ਦੇ ਉੱਤੇ ਨਗਰ ਨਿਗਮ ਦੇ ਅਧਿਕਾਰੀ ਲੱਖਾਂ ਰੁਪਏ ਦੀ ਮੰਗ ਕਰਦੇ ਆ। ਜੇ ਮੰਗ ਪੂਰੀ ਨਹੀਂ ਹੁੰਦੀ ਤਾਂ ਫਿਰ ਚੱਲਦਾ ਹੈ ਨਗਰ ਨਿਗਮ ਦਾ ਬਲਡੋਜ਼ਰ, ਫਿਰ ਹੁੰਦੀਆਂ ਦੁਕਾਨਾਂ ਸੀਲ, ਤੇ ਫਿਰ ਸਿਆਸਤ ਫਿਰ ਕਿਤੇ ਨਾ ਕਿਤੇ ਦਿਖਾਈ ਦਿੰਦੀ ਹੈ। ਤੇ ਫਿਰ ਜਦੋਂ ਸਿਆਸਤ ਹੁੰਦੀ ਹੈ ਤਾਂ ਕਿਤੇ ਨਾ ਕਿਤੇ ਇਸ ਗੱਲ ਦੇ ਉੱਤੇ ਫਿਰ ਸਵਾਲ ਖੜੇ ਹੁੰਦੇ ਆ ਕਿ ਸਮਾਜ ਵਿੱਚ ਅਜੇ ਵੀ ਭ੍ਰਿਸ਼ਟਾਚਾਰ ਹੈ। ਨਗਰ ਨਿਗਮ ਪਟਿਆਲਾ ਦੇ ਵਿੱਚ ਭ੍ਰਿਸ਼ਟਾਚਾਰ ਇਸ ਹੱਦ ਤੱਕ ਫੈਲਿਆ ਹੋਇਆ ਕਿ ਹੁਣ ਜਾਂਚ ਜੇ ਹੁੰਦੀ ਹੈ ਤਾਂ ਜਾਂਚ ਦੇ ਵਿੱਚ ਕਿਸ ਤਰ੍ਹਾਂ ਦੇ ਖੁਲਾਸੇ ਹੁੰਦੇ ਆ। ਸੂਰਜ ਭਾਟੀਆ ਜਿਸ ਤਰ੍ਹਾਂ ਠੀਕ ਹੋ ਕੇ ਬਾਹਰ ਆਉਂਦਾ ਹੈ ਤਾਂ ਉਸਦੇ ਬਿਆਨਾਂ ਦੇ ਵਿੱਚ ਕਿਸ ਤਰ੍ਹਾਂ ਦੇ ਖੁਲਾਸੇ ਹੋ ਸਕਦੇ ਆ। ਆਖਰ ਕਿਹੜੀ ਧਿਰ ਨੂੰ ਹੁਣ ਸੂਰਜ ਭਾਟੀਆ ਨਿਸ਼ਾਨਾ ਬਣਾਏਗਾ, ਸੂਰਜ ਭਾਟੀਆ ਕਿਹੜੀ ਸਿਆਸੀ ਧਿਰ ਨਾਲ ਖੜਿਆ ਨਜ਼ਰ ਆਏਗਾ, ਕਿਉਂਕਿ ਜਿਸ ਤਰ੍ਹਾਂ ਦਾ ਉਹਦਾ ਸਿਆਸੀ ਪਿਛੋਕੜ ਹੈ ਤਾਂ ਕਹਿ ਸਕਦੇ ਹਾਂ ਕਿ ਹੁਣ ਜਿਸ ਤਰ੍ਹਾਂ ਦੀ ਭੂਮਿਕਾ ਇੱਕ ਸਿਆਸੀ ਧਿਰ ਨੇ ਸਾਹਮਣੇ ਆ ਕੇ ਸੂਰਜ ਭਾਟੀਏ ਲਈ ਅਦਾ ਕੀਤੀ ਹੈ ਜਾਂ ਭੂਮਿਕਾ ਨਿਭਾਈ ਹੈ, ਤਾਂ ਕਹਿ ਸਕਦੇ ਹਾਂ ਕਿ ਸੂਰਜ ਭਾਟੀਆ ਹੁਣ ਉਹਨਾਂ ਦੇ ਖਾਤੇ 'ਚ ਭੁਗਤ ਕੇ ਦੂਜੀ ਧਿਰ ਦਾ ਵੀ ਵੱਡਾ ਨੁਕਸਾਨ ਕਰ ਸਕਦਾ ਹੈ। ਇਸ ਮਾਮਲੇ ਦੇ ਉੱਤੇ ਜਾਂਚ ਹੋਣੀ ਚਾਹੀਦੀ ਹੈ ਕਿ ਆਖਰ ਨਗਰ ਨਿਗਮ ਪਟਿਆਲਾ ਦੇ ਵਿੱਚ ਕਿਹੜੇ ਅਧਿਕਾਰੀ ਭ੍ਰਿਸ਼ਟ ਨੇ, ਕਿਹੜੇ ਸਿਆਸਤਦਾਨ ਭ੍ਰਿਸ਼ਟ ਨੇ, ਕਿਹਨਾਂ ਦੇ ਕੋਲੇ ਰਜਿਸਟਰੀਆਂ ਨੂੰ ਲੈ ਕੇ ਬਿਲਡਿੰਗਾਂ ਨੂੰ ਲੈ ਕੇ ਪੈਸਾ ਚੜ੍ਹਦਾ ਹੈ, ਜਾਂ ਕਹਿ ਸਕਦੇ ਹਾਂ ਕਿ ਲੱਖਾਂ ਰੁਪਏ ਦੀ ਮੰਗ ਕਰਕੇ ਆਪਣੀਆਂ ਜੇਬਾਂ ਗਰਮ ਕਰਨ ਦੇ ਨਾਲ ਨਾਲ ਸਿਆਸਤਦਾਨਾਂ ਦੀਆਂ ਜੇਬਾਂ ਵੀ ਗਰਮ ਕੀਤੀਆਂ ਜਾ ਰਹੀਆਂ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਖੁਦ ਬਹੁਤ ਸਾਰੀਆਂ ਇਨਵੈਸਟੀਗੇਸ਼ਨਾਂ ਸਮੇਂ-ਸਮੇਂ ਤੇ ਕਰਵਾਉਂਦੇ ਆ, ਜਾਂ ਕਹਿ ਸਕਦੇ ਹਾਂ ਕਿ ਜ਼ੀਰੋ ਟੋਲਰੈਂਸ ਨੀਤੀ ਤਹਿਤ ਸਰਕਾਰ ਵੱਡੇ ਕੰਮ ਕਰ ਰਹੀ ਹੈ। ਤਾਂ ਪੰਜਾਬ ਦੇ ਮੁੱਖ ਮੰਤਰੀ ਨੂੰ ਇੱਕ ਵਾਰ ਆਪਣੀ ਵਿਭਾਗ ਦੀ ਵਿਜੀਲੈਂਸ ਟੀਮ ਨੂੰ ਵੀ ਨਗਰ ਨਿਗਮ ਪਟਿਆਲਾ ਦਫ਼ਤਰ ਵਿੱਚ ਭੇਜ ਦੇਣਾ ਚਾਹੀਦਾ ਹੈ। ਬਹੁਤ ਸਾਰੇ ਅਧਿਕਾਰੀ ਜਿਹੜੇ ਆ ਉਹ ਭ੍ਰਿਸ਼ਟਾਚਾਰ ਕਰਦੇ ਫੜੇ ਜਾਣਗੇ, ਬਹੁਤ ਸਾਰੇ ਸਿਆਸਤਦਾਨਾਂ ਦੇ ਚਿਹਰੇ ਵੀ ਬੇਨਕਾਬ ਹੋ ਜਾਣਗੇ।